ਸਤਿ ਸ਼੍ਰੀ ਅਕਾਲ। ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਵੇਕ ਸ਼ਰਮਾ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ। ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਸੱਜਣ ਕੁਮਾਰ ਨੂੰ ਦੋਸ਼ੀ ਦਿੱਤਾ ਕਰਾਰ। 18 ਫਰਵਰੀ ਨੂੰ ਅਦਾਲਤ ਸੁਣਾਵੇਗੀ ਸਜ਼ਾ। ਕਰੀਬ 41 ਸਾਲਾਂ ਬਾਅਦ ਪਰਿਵਾਰ ਨੂੰ ਮਿਲਿਆ ਇਨਸਾਫ। ਖਨੌਰੀ ਵਿਖੇ ਕਿਸਾਨਾਂ ਦੀ ਮਹਾ ਪੰਚਾਇਤ ਦੌਰਾਨ ਹੋਇਆ ਭਾਰੀ ਇਕੱਠ। ਪੰਜਾਬ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਤੇ ਸਾਧਿਆ ਨਿਸ਼ਾਨਾ। ਦਿੱਲੀ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਭਾਜਪਾ ਦਾ ਮੰਥਨ ਜਾਰੀ। ਮਨਜਿੰਦਰ ਸਿਰਸਾ ਦਾ ਦਾਅਵਾ, ਪ੍ਰਧਾਨ ਮੰਤਰੀ ਦੇ ਵਿਦੇਸ਼ ਤੋਂ ਪਹੁੰਚਦੇ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਹੋਵੇਗਾ ਐਲਾਨ। ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਭੇਜਿਆ ਕਾਰਨ ਦੱਸੋ ਨੋਟਿਸ ਦਾ ਜਵਾਬ। 8 ਪੰਨਿਆਂ ਦੇ ਜਵਾਬ ਵਿੱਚ ਵਿਜ ਨੇ ਕੀਤੀ ਮਨ ਕੀ ਬਾਤ। ਮੁੱਖ ਮੰਤਰੀ ਸੈਣੀ ਖਿਲਾਫ ਬਿਆਨ ਦੇਣ ਕਾਰਨ ਮਿਲਿਆ ਸੀ ਨੋਟਿਸ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕਰੀਬ 41 ਸਾਲਾਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ ਮਿਲਿਆ। ਮਾਮਲਾ 1 ਨਵੰਬਰ 1984 ਦਾ ਹੈ, ਜਦੋਂ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਇੱਕ ਸਿੱਖ ਪਿਓ ਪੁੱਤ ਨੂੰ ਹਿੰਸਕ ਭੀੜ ਨੇ ਮਾਰ ਮੁਕਾਇਆ ਸੀ। ਸੱਜਣ ਕੁਮਾਰ ਉਤੇ ਇਸ ਭੀੜ ਦੀ ਅਗਵਾਈ ਕਰਨ ਦਾ ਇਲਜ਼ਾਮ ਸੀ। ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਬੁੱਧਵਾਰ ਨੂੰ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੱਜਣ ਕੁਮਾਰ ਨੂੰ ਸਿੱਖ ਵਿਰੋਧੀ ਦੰਗਿਆਂ ਦੌਰਾਨ ਦਿੱਲੀ ਵਿੱਚ 2 ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਐਲਾਨਿਆ ਗਿਆ ਹੈ। ਅਦਾਲਤ ਇਸ ਮਾਮਲੇ ਵਿੱਚ 18 ਫਰਵਰੀ ਨੂੰ ਸਜ਼ਾ ਸੁਣਾਏਗੀ। ਇਸ ਕੇਸ ਦਾ ਫੈਸਲਾ ਕਰੀਬ 41 ਸਾਲ ਬਾਅਦ ਆਇਆ ਹੈ। ਮਾਮਲਾ 1 ਨਵੰਬਰ 1984 ਦਾ ਹੈ, ਜਦੋਂ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਇੱਕ ਸਿੱਖ ਪਿਤਾ ਅਤੇ ਉਸ ਦੇ ਪੁੱਤਰ ਨੂੰ ਹਿੰਸਕ ਭੀੜ ਨੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਸੱਜਣ ਕੁਮਾਰ ਤੇ ਭੀੜ ਦੀ ਅਗਵਾਈ ਕਰਨ ਦਾ ਦੋਸ਼ ਸੀ। ਇਸ ਮਾਮਲੇ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਕਿਹਾ ਕਿ ਇਸ ਬੰਦ ਕੇਸ ਨੂੰ 2015 ਵਿੱਚ ਮੋਦੀ ਸਰਕਾਰ ਨੇ ਖੁਲਵਾਇਆ ਸੀ। ਹੁਣ ਪੀੜਤ परिवार ਨੂੰ इंसाफ मिले। आज सज्जन कुमार को सजा हुई है, उसको दोषी करार दिया गया है और कोर्ट ने गवाहियों के बाद पूरी बहस सुनने के बाद आज सज्जन कुमार को कन्विक्ट किया है, दोषी ठहराया है। पहले ऑलरेडी सज्जन कुमार एक दिल्ली कैंट के केस में जो दिल्ली हाई कोर्ट ने उसको उम्र कैद की सजा दी है, सारी उम्र टिल डेथ, उसमें वो जेल में है। पिछले 6 साल से वो जेल में है। आज जेल में से उसको प्रोड्यूस किया गया और आज ये कोर्ट ने उसको कन्विक्शन किया है और जो सजा सुनानी है वो सजा सुनाने के लिए 18 तारीख ये मंगलवार, यही मंगलवार को 18 फरवरी को रखा हुआ है। और ये कत्ल के केस की जो सजा होती है वो उम्र कैद तो कम से कम होती है और मौत भी हो सकती है, फांसी भी हो सकती है। ਸੱਜਣ ਕੁਮਾਰ ਨੂੰ ਸਜ਼ਾ ਮਿਲਣ ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਅਦਾਲਤ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਗਦੀਸ਼ ਟਾਈਟਲਰ ਮਾਮਲੇ ਵਿੱਚ ਵੀ ਸਾਨੂੰ ਇਨਸਾਫ ਮਿਲੇਗਾ। 40 साल से इंसाफ मांग रहे थे और ये कहीं ना कहीं वो जो जख्म है उनके ऊपर मलहम लगाने का काम जो आज होगा, ये इसके लिए मैं जज साहब का, कोर्ट का धन्यवाद करता हूँ। और मैं साथ में देश के प्रधानमंत्री, गृह मंत्री जी श्री नरेंद्र मोदी जी, अमित शाह जी का धन्यवाद करता हूं कि जिन्होंने जब ये कांग्रेस की सरकार गई और भाजपा की सरकार आई, मोदी साहब प्रधानमंत्री बने, उन्होंने एसआईटी बनाई और ये जो केस थे जो क्लोज कर दिए गए थे, जो अनट्रेस कर दिए गए थे, उनके ऊपर दोबारा जो इनकी री इन्वेस्टिगेशन हुई और उस री इन्वेस्टिगेशन में ये जो आज जो कन्विक्शन हुई है ये उसी का नतीजा है। ਦੱਸ ਦਈਏ ਕਿ ਇਸ ਤੋਂ ਪਹਿਲਾਂ ਦਸੰਬਰ 2018 ਵਿੱਚ ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ ਇੱਕ ਹੋਰ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਫਿਲਹਾਲ ਸੱਜਣ ਕੁਮਾਰ ਤਿਹਾੜ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਖਨੌਰੀ ਵਿਖੇ ਕਿਸਾਨਾਂ ਦੀ ਮਹਾ ਪੰਚਾਇਤ ਦੌਰਾਨ ਭਾਰੀ ਇਕੱਠ ਹੋਇਆ। ਇਸ ਵਿੱਚ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਸ਼ਾਮਲ ਹੋਏ। ਇਸ ਦੌਰਾਨ ਬੀਤੇ 78 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੰਬੋਧਨ ਕੀਤਾ। ਡੱਲੇਵਾਲ ਨੇ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਮਾਮਲੇ ਤੇ ਕੇਂਦਰ ਸਰਕਾਰ ਨੂੰ ਘੇਰਿਆ। ਡੱਲੇਵਾਲ ਨੇ ਕਿਹਾ ਕਿ ਜੇਕਰ ਸਰਕਾਰਾਂ ਨੌਜਵਾਨਾਂ ਲਈ ਕੋਈ ਠੋਸ ਉਪਰਾਲਾ ਕਰਦੀਆਂ ਤਾਂ ਉਹਨਾਂ ਨੂੰ ਵਿਦੇਸ਼ਾਂ ਵਿੱਚ ਧੱਕੇ ਨਾ ਖਾਣੇ ਪੈਣ। ਉਧਰ ਐਸਕੇਐਮ ਦੀ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਏਕਤਾ ਬਾਰੇ ਕੋਈ ਅੰਤਿਮ ਫੈਸਲਾ ਨਹੀਂ ਹੋ ਸਕਿਆ। ਢਾਬੀ ਗੁੱਜਰਾਂ ਖਨੌਰੀ ਸਰਹੱਦ ਤੇ ਬੁੱਧਵਾਰ ਨੂੰ ਦੂਜੇ ਕਿਸਾਨ ਅੰਦੋਲਨ ਦੇ 1 ਸਾਲ ਪੂਰਾ ਹੋਣ ਤੇ ਮਹਾ ਪੰਚਾਇਤ ਸੱਦੀ ਗਈ। ਇਸ ਵਿੱਚ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਤੇ ਮਜ਼ਦੂਰ ਸ਼ਾਮਲ ਹੋਏ। ਆਮ ਲੋਕੀ ਵੀ ਇਸ ਮਹਾ ਪੰਚਾਇਤ ਵਿੱਚ ਸ਼ਿਰਕਤ ਕਰਨ ਪਹੁੰਚੇ। ਮਹਾ ਪੰਚਾਇਤ ਦੌਰਾਨ ਸਵੇਰ ਸਮੇਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਸਿਹਤ ਅਚਾਨਕ ਵਿਗੜ ਗਈ, ਜਿਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭੇਜਿਆ ਗਿਆ,
ਜਿੱਥੇ ਉਹਨਾਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ। ਫਿਲਹਾਲ ਉਹਨਾਂ ਦੀ ਹਾਲਤ ਪਹਿਲਾਂ ਨਾਲੋਂ ਠੀਕ ਦੱਸੀ ਜਾ ਰਹੀ ਹੈ। ਉਧਰ ਖਨੌਰੀ ਮੋਰਚੇ ਤੇ ਬੀਤੇ 78 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ। ਡੱਲੇਵਾਲ ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕਰੜੇ ਹੱਥੀ ਲਿਆ। ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਮੁੱਦੇ ਤੇ ਡੱਲੇਵਾਲ ਨੇ ਕਿਹਾ ਕਿ ਜੇਕਰ ਸਰਕਾਰਾਂ ਨੌਜਵਾਨਾਂ ਲਈ ਕੋਈ ਠੋਸ ਉਪਰਾਲਾ ਕਰਨ ਤਾਂ ਉਹ ਵਿਦੇਸ਼ਾਂ ਵਿੱਚ ਧੱਕੇ ਖਾਣ क्यों जान। कुछ दिन पहले अमेरिका की तरफ से लगभग 104 भारतीय डिपोर्ट किए गए और जिनमें 30 से अधिक हमारे पंजाब के और ऐसे ही हरियाणा के भाई हैं और बाकी पूरे देश से हैं लोग। तो सवाल ये उठता है कि जिस कारण उनको डिपोर्ट किया गया वो उनको इस तरीके से जाना क्यों पड़ा। उसका मेन वजह यही है कि हमारे देश के अंदर रोज़गार नहीं है, एम्प्लॉयमेंट की जो कमी है उसकी वजह से हमारे देश के युवाओं को बाहर जाना पड़ रहा है और लोगों को एम्प्लॉयमेंट उपलब्ध करवाने में जो सेक्टर सबसे सक्षम है वो केवल एग्रीकल्चर सेक्टर है। अगर देश का एग्रीकल्चर सेक्टर मजबूत होता, सबको रोज़गार मिलता, खेती लाहेवंद होती, तो हमारे नौजवानों को, हमारे युवाओं को बाहर क्यों जाना। सो इसके लिए मैं सरकार से फिर से हाथ जोड़ के निवेदन करता हूँ कि ये करें और मैं देश के किसानों और मजदूरों और सभी उन लोगों को भी हाथ जोड़ के निवेदन करता हूँ। ये जो लड़ाई लड़ी जा रही है तो एक तरीके से हमारे नौजवानों को हमारे देश के अंदर ही रोज़गार देने की भी एक लड़ाई है। तो इस लड़ाई को मजबूत करे पूरा देश, सब मिलकर इस लड़ाई को लड़ें हम। ਦੂਜੇ ਪਾਸੇ SKM ਦੀ ਚੰਡੀਗੜ੍ਹ ਵਿੱਚ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਏਕਤਾ ਬਾਰੇ ਕੋਈ ਅੰਤਿਮ ਫੈਸਲਾ ਹਾਲੇ ਨਹੀਂ ਲਿਆ ਗਿਆ। ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਕਈ ਵੱਡੇ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਅੰਦੋਲਨ ਵਿੱਚ ਏਕੇ ਤੇ ਮਤੇ ਉੱਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੀਟਿੰਗ ਵਿੱਚ ਏਕੇ ਉੱਤੇ ਵਿਚਾਰਾਂ ਹੋਈਆਂ ਨੇ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੀਟਿੰਗ ਵਿੱਚ ਅੰਦੋਲਨ ਲਈ ਤਾਲਮੇਲ ਲਈ ਏਕੇ ਦੇ ਮਤੇ ਉੱਤੇ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਅੰਦੋਲਨ ਦੀ ਲੜਾਈ ਇਕੱਲੇ ਨਹੀਂ ਲੜੀ ਜਾ ਸਕਦੀ, ਅੰਦੋਲਨ ਜਿੱਤਣ ਲਈ ਇਕੱਠੇ ਹੋਣ ਦੀ ਜ਼ਰੂਰਤ ਹੈ। ਰਾਜੇਵਾਲ ਨੇ ਕਿਹਾ ਕਿ ਏਕੇ ਲਈ ਇੱਕ ਹੋਰ ਮੀਟਿੰਗ ਸੱਦੀ ਜਾਵੇਗੀ। ਦਿੱਲੀ ਵਿੱਚ ਭਾਜਪਾ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਹਾਲੇ ਤੱਕ ਸਸਪੈਂਸ ਬਰਕਰਾਰ ਹੈ। ਹੁਣ ਇਸ ਮੁੱਦੇ ਤੇ ਆਪ ਨੇ ਭਾਜਪਾ ਨੂੰ ਘੇਰਿਆ। ਆਪ ਆਗੂਆਂ ਦਾ ਕਹਿਣਾ ਹੈ ਕਿ ਦਿੱਲੀ ਭਾਜਪਾ ਦੇ ਧੜੇ 10-10 ਦੇ ਗਰੁੱਪਾਂ ਵਿੱਚ ਵੰਡੇ ਹੋਏ ਨੇ। ਇਸੇ ਕਾਰਨ ਹਾਲੇ ਤੱਕ ਮੁੱਖ ਮੰਤਰੀ ਦਾ ਫੈਸਲਾ ਭਾਜਪਾ ਨਹੀਂ ਕਰ ਪਾ ਰਹੀ। ਭਾਜਪਾ ਦੀ ਧੜੇਬੰਦੀ ਕਾਰਨ ਮੁਸੀਬਤ ਦਿੱਲੀ ਦੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ। ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਭਾਜਪਾ ਹਾਲੇ ਤੱਕ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਨਹੀਂ ਕਰ ਸਕੀ ਹੈ। ਹੁਣ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਭਾਜਪਾ ਤੇ ਹਮਲਾਵਰ ਹੋ ਗਈ ਹੈ। ਆਪ ਆਗੂਆਂ ਨੇ ਤੰਜ ਕੱਸਦਿਆਂ ਕਿਹਾ ਕਿ ਦਿੱਲੀ ਭਾਜਪਾ ਵਿੱਚ ਧੜੇਬੰਦੀ ਹਾਵੀ ਹੈ। ਇਸੇ ਕਾਰਨ ਪਾਰਟੀ ਹੁਣ ਤੱਕ ਮੁੱਖ ਮੰਤਰੀ ਚਿਹਰੇ ਬਾਰੇ ਕੋਈ ਐਲਾਨ ਨਹੀਂ ਕਰ ਸਕੀ। ਆਪ ਦੀ ਸਪੋਕਸਪਰਸਨ ਪ੍ਰਿਯੰਕਾ ਕੱਕੜ ਨੇ ਕਿਹਾ ਕਿ ਭਾਜਪਾ ਦੇ ਧੜੇ 10-10 ਦੇ ਗਰੁੱਪਾਂ ਵਿੱਚ ਵੰਡੇ ਹੋਏ ਨੇ। ਇਹ ਫੈਸਲਾ ਹੀ नहीं कर पा रहे कि दिल्ली का मुख्य मंत्री कौन बनेगा। देखिए, ये गुटबाजी के सीधे संकेत हैं। 10-10 की टुकड़ी में गुट मिल रहे हैं क्योंकि ये डिसाइड नहीं कर पा रहे, आपस में इनसे डिसीजन नहीं हो पा रहा कि सीएम कौन बनेगा। इनके आपस में लड़ाई चल रही है, पर इस सारी लड़ाई में दिल्ली की जनता क्यों पिसे। कल खबर आ रही थी कि दिल्ली में लंबे लंबे पावर कट्स लगे हैं कुछ जगह पर। इनको जल्दी से अपना सीएम नियुक्त करना चाहिए, आपसी लड़ाइयां बंद करके, और दिल्ली की गवर्नेंस पर ध्यान देना चाहिए। ਪ੍ਰਿਯੰਕਾ ਨੇ ਕਿਹਾ ਕਿ ਹਾਰ ਤੋਂ ਬਾਅਦ ਅਸੀਂ ਮੰਥਨ ਕਰ ਰਹੇ ਹਾਂ, ਪਰ ਦਿੱਲੀ ਵਿੱਚ ਭਾਜਪਾ ਦੀ ਧੜੇਬੰਦੀ ਕਾਰਨ ਮੁਸੀਬਤ ਦਿੱਲੀ ਦੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ। देखिए, हम लगातार हमारे यहाँ पे मीटिंग्स चल रही हैं, आपने देखा होगा 3-4 दिन हुए हैं आज रिजल्ट्स आए, और रोज ही आपने देखा होगा कि अरविंद केजरीवाल जी संगठन से मुलाकात करते हैं, पंजाब से मुलाकात करते हैं, वहां के मुख्यमंत्री, वहां के विधायकों से दिल्ली में लगातार मुलाकात चल रही है, जीते हुए विधायकों से, जो नहीं जीत पाए उनसे। तो हम तो लगातार फीडबैक ले रहे हैं, जो भी कोर्स करेक्ट करने की जरूरत होगी वो करेंगे, बट दिल्ली को
इसमें सफर नहीं करना चाहिए। दिल्ली के लोगों के जो ये लंबे लंबे पावर कट्स लग रहे हैं, क्योंकि एक सीएम नहीं दे पाई अभी तक भाजपा, इस पर जल्द काम होना चाहिए। ਦਿੱਲੀ ਵਿੱਚ ਭਾਜਪਾ ਤੇ ਆਪ ਆਗੂਆਂ ਵਿਚਾਲੇ ਜਾਰੀ ਜ਼ੁਬਾਨੀ ਜੰਗ ਚੋਣਾਂ ਤੋਂ ਪਹਿਲਾਂ ਤੋਂ ਜਾਰੀ ਹੈ, ਜਿਹੜੀ ਚੋਣ ਨਤੀਜਿਆਂ ਤੋਂ ਬਾਅਦ ਵੀ ਰੁਕਦੀ ਨਜ਼ਰ ਨਹੀਂ ਆ ਰਹੀ। ਫਿਲਹਾਲ ਵੇਖਣਾ ਹੋਵੇਗਾ ਕਿ ਭਾਜਪਾ ਮੁੱਖ ਮੰਤਰੀ ਦਾ ਤਾਜ ਕਿਸ ਦੇ ਸਿਰ ਤੇ ਸਜਾਉਂਦੀ ਹੈ। ਭਾਜਪਾ ਦੇ ਮੁੱਖ ਮੰਤਰੀ ਦੇ ਨਾਮ ਬਾਰੇ ਪਾਰਟੀ ਅਗਲੇ 4 ਦਿਨਾਂ ਵਿੱਚ ਫੈਸਲਾ ਲਵੇਗੀ। ਇਹ ਕਹਿਣਾ ਸੀ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦਾ। ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਤੋਂ ਪਰਤਦੇ ਸਾਰ ਹੀ ਇਸ ਬਾਰੇ ਐਲਾਨ ਹੋਵੇਗਾ। ਇਸ ਦੌਰਾਨ ਉਹ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਤੇ ਨਿਸ਼ਾਨਾ ਸਾਧਨ ਤੋਂ ਵੀ ਪਿੱਛੇ ਨਹੀਂ ਹਟੇ। ਦਿੱਲੀ ਅੰਦਰ ਭਾਜਪਾ ਦੇ 27 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਤੋਂ ਬਾਅਦ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹਾਲੇ ਵੀ ਸਸਪੈਂਸ ਬਣਿਆ ਹੋਇਆ ਹੈ। ਭਾਜਪਾ ਦੇ ਸੀਨੀਅਰ ਆਗੂ ਬੀਤੇ 4 ਦਿਨਾਂ ਤੋਂ ਇਸ ਤੇ ਮੰਥਨ ਕਰ ਰਹੇ ਨੇ। ਹੁਣ ਇਸ ਬਾਰੇ ਭਾਜਪਾ ਦੇ ਵਿਧਾਇਕ ਮਨਜਿੰਦਰ ਸਿਰਸਾ ਨੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕ ਅਗਲੇ 2 ਦਿਨਾਂ ਵਿੱਚ ਰਾਸ਼ਟਰੀ ਪ੍ਰਧਾਨ ਨੂੰ ਮਿਲਣਗੇ। ਸਾਡੀ ਰਾਸ਼ਟਰੀ ਲੀਡਰਸ਼ਿਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਵਾਪਸ ਆਉਣ ਤੇ ਮੁੱਖ ਮੰਤਰੀ ਦੇ ਚਿਹਰੇ ਤੇ ਅੰतिम फैसला लवेगी। कुछ विधायक नहीं, सभी विधायक माननीय राष्ट्रीय अध्यक्ष जी से अगले 2 दिन में मिलेंगे। सबको होता है नहीं जीतने के बाद कि हम जाके अपने राष्ट्रीय नेतृत्व से मिलें, तो सबको मिल रहे हैं। इसके कोई सस्पेंस वाली बात है नहीं है। जहां तक सीएम की बात है, हमारे राष्ट्रीय नेतृत्व बैठेगा, प्रधानमंत्री जो वापस आएंगे और उसमें वो तय करेंगे। इसमें कोई ना सस्पेंस होता है, हमारी पार्टी में ऐसा कोई है ही नहीं है, सबको पता है। लेकिन अब आपको क्या कहते हैं, सेंसेशन फैलाने के लिए कोई ना कोई खबर चाहिए। ਉਧਰ ਮਨਜਿੰਦਰ ਸਿਰਸਾ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਨ ਤੋਂ ਵੀ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਭਗਵੰਤ ਮਾਨ ਨੂੰ ਹਟਾਉਣ ਦਾ ਮਨ ਬਣਾ ਚੁੱਕੇ ਨੇ। देखिए, अरविंद केजरीवाल तो अपनी पूरी कोशिश करेंगे। भगवंत मान अगले 15 दिन 1 महीना, जैसे कहते हैं ना कि कोई मरीज अस्पताल में दाखिल होता, कहते हैं 72 घंटे बड़े क्रूशियल हैं। अगले 15-20 दिन अब भगवंत मान जी के लिए बहुत क्रूशियल है। 1 महीना खूब बदनाम करेंगे भगवंत मान को, सारे इल्जाम उस पर लगाएंगे। करप्शन से लेके पैसा लूटा, परिवार ने पैसा लूटा, ड्रग्स आई है पंजाब में, औरतों को 1000 नहीं मिला, बहुत कुछ उस पर लगाए जाएंगे एलिगेशन। और फिर उसके बाद उसको हटाया जाएगा। जैसे पंजाब के हेल्थ मिनिस्टर को सिंगला को उठा के बंद कर दिया था बिना किसी एविडेंस, कोई बात ही नहीं थी, वहां पास ऑडियो रिकॉर्डिंग है, वो कहां है आज तक नहीं पता चली। ऐसे ही भगवंत मान को हटाया जाएगा। अब हटाने के बाद क्या अरविंद केजरीवाल मुख्यमंत्री बन पाएंगे? मैं नहीं मानता, संभावना नहीं है। अरविंद केजरीवाल कोशिश जरूर करेंगे, लेकिन इसमें नाकाम होंगे। पंजाबी कभी बर्दाश्त नहीं करेंगे। वैभव को Z+ सिक्योरिटी दी गई है, राघव चड्ढा को Z+ सिक्योरिटी दी गई है, अरविंद केजरीवाल को Z+ सिक्योरिटी दी गई है। ये लोगों का क्या लेना है पंजाब से? पंजाब के रिसोर्सेज को ये लोग लूट रहे हैं दोनों हाथों से। पंजाब को जिस तरह से पैसा, धन, दौलत, सरकारी खजाना सब कुछ लूटने का काम कर रहे हैं। वैभव का क्या काम है पंजाब के अंदर? भगवंत मान के पास 5-6 एडवाइजर लगा दिए हैं, वो सारे दिल्ली से भेजे हैं। शिकंजा कसा जा रहा भगवंत मान के ऊपर। पहले सर जैसे गोरों ने आके देश को ऊपर पहले शिकंजा कचा, सिस्टम को कंट्रोल में किया, उसी तरह अरविंद केजरीवाल पहले शिकंजा कच के सारे चीजों को कंट्रोल में कर रहा है। और जैसे आर्मी करती है, पहले एक बार सारा शिकंजा कस के कंट्रोल कर लो, फिर एकदम से हाईजैक करते। तो ये पंजाब के मुख्यमंत्री की कुर्सी को उसी तरह से ये कू करने जा रहा है। जैसे कू होता है ना कि जाके हथियाना, ये वो अरविंद केजरीवाल का कू करने का एक तरीका है। ਦੱਸਣਯੋਗ ਹੈ ਕਿ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣ ਦੇ ਨਤੀਜੇ ਐਲਾਨੇ ਗਏ ਸੀ। ਭਾਜਪਾ 48 ਸੀਟਾਂ ਤੇ ਜੇਤੂ ਰਹੀ ਸੀ ਤੇ ਉਸ ਨੇ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ਵਿੱਚ ਵਾਪਸੀ ਕੀਤੀ ਹੈ। ਉਧਰ ਆਮ ਆਦਮੀ ਪਾਰਟੀ 22 ਸੀਟਾਂ ਹੀ ਜਿੱਤ ਸਕੀ। ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੂੰ ਬੀਤੇ ਦਿਨੀ ਮੁੱਖ ਮੰਤਰੀ ਨਾਇਬ ਸੈਣੀ ਖਿਲਾਫ ਬਿਆਨ ਦੇਣ ਦੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਵਿਜ ਨੇ ਅੱਜ ਉਸ ਦਾ ਜਵਾਬ ਭੇਜ ਦਿੱਤਾ ਹੈ। ਆਪਣੇ 8 ਪੰਨਿਆਂ ਦੇ ਜਵਾਬ ਵਿੱਚ ਵਿਜ ਨੇ ਕੀ ਲਿਖਿਆ ਹੈ, ਇਸ ਬਾਰੇ ਉਹਨਾਂ ਦੱਸਣ ਤੋਂ ਇਨਕਾਰ ਕੀਤਾ। ਪਰ ਨਾਲ ਹੀ ਵਿਜ ਨੇ ਕਿਹਾ ਕਿ ਬੀਤੇ ਦਿਨੀ ਜਿਹੜਾ ਨੋਟਿਸ ਉਹਨਾਂ ਨੂੰ ਮਿਲਿਆ ਸੀ, ਉਸ ਦੇ ਮੀਡੀਆ ਵਿੱਚ ਲੀਕ ਹੋਣ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੇ ਹਰਿਆਣਾ ਦੇ ਭਾਜਪਾ ਆਗੂ ਤੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਪਾਰਟੀ ਵੱਲੋਂ ਮਿਲੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤਾ। ਇਸ ਬਾਰੇ ਅਨਿਲ ਵਿਜ ਨੇ ਦੱਸਿਆ ਕਿ ਉਹਨਾਂ ਭਾਜਪਾ ਦੇ ਹਰਿਆਣਾ ਪ੍ਰਧਾਨ ਮੋਹਨ ਬਡੋਲੀ ਨੂੰ ਕਾਰਨ ਦੱਸੋ ਨੋਟਿਸ ਦਾ 8 ਪੰਨਿਆਂ ਦਾ ਜਵਾਬ ਦਿੱਤਾ ਹੈ। ਹਾਲਾਂਕਿ ਵਿਜ ਨੇ ਇਸ ਦਾ ਵੇਰਵਾ ਦੱਸਣ ਤੋਂ ਇਨਕਾਰ ਕੀਤਾ। ਇਸ ਦੌਰਾਨ ਵਿਜ ਨੇ ਉਹਨਾਂ ਨੂੰ ਜਾਰੀ ਕਾਰਨ ਦੱਸੋ ਨੋਟਿਸ ਮੀਡੀਆ ਨੂੰ ਲੀਕ ਕਰਨ ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਪਾਰਟੀ ਇਸ ਦੀ ਜਾਂਚ ਕਰਵਾਉਣਾ ਚਾਹੁੰਦੀ ਹੈ ਜਾਂ ਨਹੀਂ, ਪਰ ਇਹ ਉਹਨਾਂ ਦੀ ਮਰਜ਼ੀ ਹੈ। ਵਿਜ ਦੇ ਚਿਹਰੇ ਤੇ ਮਾਯੂਸੀ ਸਾਫ਼ ਝਲਕ ਰਹੀ ਸੀ। रात मैंने समय से पहले 3 दिन का समय दिया गया था, मैंने जवाब भेज दिया है। मैंने उसमें ये भी लिखा है कि अगर किसी और बात का आपने जवाब चाहिए वो मुझे दे दें, वो भी मैं लिख के दे दूंगा।
जितना मैं याद कर सका, जितना मैं सोच सका, वो मैंने लिख के दे दिया। साहब, आपने कहा था कि आत्मा की आवाज से आप बोलते हैं, तो आई नो फर्दर क्वेश्चंस, नो क्वेश्चंस, डोंट मिक्स। साहब, कितना उचित मानते हो इस तरह के नोटिस? आई नो क्वेश्चंस। ये सब पहले भी बयान देते रहे हैं नेता, बहुत कुछ हुआ है, नेताओं पे आरोप लगते रहे हैं, कितने नोटिस जो है वो कभी निकले हैं? नो क्वेश्चंस, नो क्वेश्चंस। पहले कभी किसी नेता को नोटिस मिला है ऐसे? मुझे कुछ मालूम नहीं है। ये सब क्या मीडिया के सार्वजनिक कर सकते हो? क्या जवाब आपने भेजा है? नहीं, वो मीडिया के किसी के भी सार्वजनिक नहीं किया जा सकता, बंद लिफाफे में डाल के बेचा जाता है। तो वो तो मैंने तो जो चिट्ठी लिखी और डिस्ट्रॉय की, उसकी भी कतरने मैंने जेब में डाल रखी है, घर जाके जलाऊंगा इनको। कि इतनी एक सीक्रेट कम्युनिकेशन है दो लोगों के बीच में, और वो मीडिया में कैसे आई, कौन लीक कर रहा है? अब पार्टी चाहे तो उसकी भी जांच करा सकती है, ना चाहे तो पार्टी की मर्जी है। ਦੱਸ ਦਈਏ ਕਿ 2 ਦਿਨ ਪਹਿਲਾਂ ਹੀ ਵਿਜ ਨੂੰ ਸੀਐਮ ਨਾਇਬ ਸੈਣੀ ਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮੋਹਨ ਬਡੋਲੀ ਦੇ ਖਿਲਾਫ ਬਿਆਨ ਦੇਣ ਕਾਰਨ ਨੋਟਿਸ ਜਾਰੀ ਕੀਤਾ ਗਿਆ ਸੀ। ਪਾਰਟੀ ਨੇ 3 ਦਿਨਾਂ ਵਿੱਚ ਇਸ ਨੋਟਿਸ ਦਾ ਜਵਾਬ ਮੰਗਿਆ ਸੀ। ਦਿੱਲੀ ਦੀ ਜਿੱਤ ਤੋਂ ਬਾਅਦ ਭਾਜਪਾ ਆਗੂ ਆਮ ਆਦਮੀ ਪਾਰਟੀ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਭਾਜਪਾ ਦੇ ਸੀਨੀਅਰ ਆਗੂ ਆਰਪੀ ਸਿੰਘ ਨੇ ਦਾਅਵਾ ਕੀਤਾ ਹੈ ਕਿ ਆਪ ਦੀ ਪੰਜਾਬ ਇਕਾਈ ਵਿੱਚ ਸਭ ਕੁਝ ਠੀਕ ਨਹੀਂ। ਬੀਤੇ ਰੋਜ਼ ਕੇਜਰੀਵਾਲ ਨਾਲ ਮੀਟਿੰਗ ਦੌਰਾਨ ਪੰਜਾਬ ਦੇ 8 ਆਪ ਵਿਧਾਇਕ ਗੈਰ ਹਾਜ਼ਰ ਸੀ। ਇਸ ਤੋਂ ਸਾਫ਼ ਹੈ ਕਿ ਉਹ ਹੁਣ ਪਾਰਟੀ ਲੀਡਰਸ਼ਿਪ ਦੀ ਪਰਵਾਹ ਨਹੀਂ ਕਰ ਰਹੇ। ਬੀਤੇ ਦਿਨੀ ਪੰਜਾਬ ਦੇ ਆਪ ਵਿਧਾਇਕਾਂ ਦੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਹੋਈ ਸੀ। ਇਸ ਮੀਟਿੰਗ ਤੋਂ ਬਾਅਦ ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ। ਭਾਜਪਾ ਦੇ ਆਗੂ ਪੰਜਾਬ ਦੀ ਆਪ ਇਕਾਈ ਵਿੱਚ ਸਭ ਕੁਝ ਠੀਕ ਨਹੀਂ ਹੋਣ ਦਾ ਦਾਅਵਾ ਕਰ ਰਹੇ ਨੇ। ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਦਾਅਵਾ ਕੀਤਾ ਕਿ ਬੀਤੇ ਰੋਜ਼ ਪੰਜਾਬ ਦੇ ਇੱਕ ਵਿਧਾਇਕ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੇਜਰੀਵਾਲ ਅੱਗੇ ਮੰਗ ਕੀਤੀ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਮੀਟਿੰਗ ਵਿੱਚ 8 ਵਿਧਾਇਕ नहीं पहुंचे सी। इस तो साफ है कि आप विधायक विद्रोह करने दे मूड विच ने। है कि पंजाब में सब ठीक नहीं है, ऑल इज नॉट वेल इन पंजाब। वहाँ पर नीचे भगवंत मान का, अरविंद केजरीवाल का विरोध है, खास कर चुनाव हारने के बाद वह थोड़ा मुखर हो गया है। 94 विधायक बुलाए थे, उसमें से 8 नहीं आए, और उनमें से एक ने तो ओपनली चैलेंज किया है, ओपनली कहा है कि भगवंत मान को उठाना चाहिए। और जो मेरी जानकारी है उसके अनुसार विधायकों ने अंदर कहा भी कि भगवंत मान हमारी सुनवाई नहीं करता, जब भगवंत मान से मिलना मुश्किल है, भगवंत मान नीचे जो कार्यान्वित करना है काम वह कर नहीं पा रहा, तो वहाँ पर भी विरोध है। अब इसको किस रुख जाएगा, कैसे वो आगे बढ़ेगा मामला, ये समय की बात है, परंतु एक बात स्पष्ट है कि केजरीवाल को अब दिल्ली के बाद पंजाब को लेकर खतरा है। दसनयोग है कि बीते रोज आम आदमी पार्टी के कौमी कन्वीनर अरविंद केजरीवाल ने पंजाब के सारे विधायकों संसद मैंबरों नाल मीटिंग की सी, जिस बारे मुख मंत्री भगवंत मान ने दस्सिया सी कि केजरीवाल ने सारिਆਂ ਨੂੰ पंजाब विच एकजुट होकर काम करन दी गल आखी है। मुख मंत्री मान ने यह भी कहा सी कि दिल्ली मॉडल ਨੂੰ पंजाब विच अपनाया जाएगा ते सूबे ਨੂੰ देश ਦਾ मॉडल सूबा बनाया जाएगा। फिलहाल भाजपा ते कांग्रेस दिल्ली चोणां विच आम आदमी पार्टी की हार तो बाद केजरीवाल ते आप दे सीनियर आगुआं ते शब्दी हमला करन दा कोई भी मौका नहीं छड़ रहे। बजट ते चर्चा दौरान आम आदमी पार्टी के राज सभा मैंबर राघव चड्डा ने संसद विच मध्य वर्ग ते भारी भरकम टैक्स लगाउण दा मुद्दा चुक्या। उन्होंने कहा कि सरकार मध्य वर्ग के सशक्तिकरण अते आर्थिक विकास नूं उत्साहित करन लई आमदन कर दे नाल GST नूं घटाए तां जो लोग कुछ राहत महसूस कर सकन। आम आदमी पार्टी के राज सभा मैंबर राघव चड्डा ने बजट चर्चा दौरान सरकार दीआं नीतियां ते तिखा हमला किया। संसद विच बोलदिआं चड्डा ने मध्य वर्ग, रेलवे अते प्रवासी भारतीयां दीआं समस्यावां नूं लैके सरकार नूं घेरिया। चड्डा ने कहा कि सरकार मध्य वर्ग नूं रूह रहित ढांचा समझती है ते उस नूं भारी भरकम टैक्स के बोझ थले दब दिता गया है। उन्होंने कहा कि भारतीय मध्य वर्ग साडी आर्थिकता की रीढ़ की हड्डी है। मध्य वर्ग के सशक्तिकरण अते आर्थिक विकास नूं उत्साहित करन लई आमदन कर दे नाल GST नूं घटाया जाना चाहिए। सर, इस बजट को सरकार ने मिडिल क्लास का बजट कहकर बताया और कहा कि ये मिडिल क्लास की सारी समस्याओं का हल है इस बजट में। तो सबसे पहले सर मैं मिडिल क्लास की चर्चा करना चाहूँगा, उसके बाद अपने भाषण के अन्य भागों पे जाता जाऊँगा। सर, पहली बात तो यह है कि सरकारें मिडिल क्लास को एक आत्मा रहित कंकाल समझती हैं जिसकी हड्डियों पे चढ़ के $5 ट्रिलियन इकोनॉमी बनाना चाहती हैं। सर, इस देश का मिडिल क्लास कमर तोड़ मेहनत करता है
लेकिन इस मेहनत के बावजूद मिडिल क्लास गरीब हो रहा है, अमीर नहीं हो रहा। गरीबों के लिए तो अक्सर सब्सिडीज और स्कीम्स लाई जाती हैं जो कि लानी भी चाहिए। अमीरों के लिए प्रोडक्शन लिंक्ड इंसेंटिव्स, रिबेट, टैक्स इंसेंटिव्स, न जाने क्या क्या लाया जाता है, लेकिन इस देश के मिडिल क्लास को कुछ हासिल नहीं होता। ऐसा लगता है कि सरकारें समझती हैं कि देश के मिडिल क्लास के ना सपने हैं ना अरमान है, लेकिन वो सोने का अंडा देने वाली वो मुर्गी है जिसकी गर्दन जब चाहे मरोड़ के टैक्स वसूल लिया जाए। इसी के चलते सर मैं कहना चाहता हूं कि इस देश में मांग यानी कि डिमांड इसलिए गिर रही है क्योंकि इस देश का मिडिल क्लास सिकुड़ रहा है। तमाम आंकड़े एफएमसीजी सेक्टर से लेके गाड़ी बेचने वाले कंपनियों के सेल्स के आप उठाकर देखेंगे तो वो आपको यही बताएंगे कि इस देश का मिडिल क्लास खर्च नहीं कर रहा, और खर्च इसलिए नहीं कर रहा क्योंकि उसकी जेब में आमदनी ही नहीं है। मिडिल क्लास खाली सेंसस के लिए नहीं है सर, उसके भी अपने अरमान हैं, उसके अपने सपने हैं। 1989 में यूनाइटेड स्टेट्स ऑफ अमेरिका में एक पिक्चर बनी थी जिसका नाम था हनी आई श्रंक द किड्स। मुझे लगता है भारत देश में वर्ष 2025 में पिक्चर बननी चाहिए हनी आई श्रंक इंडियाज मिडिल क्लास। सर मैं आपको साफ तौर पे बताना चाहता हूं कि मिडिल क्लास टैक्स उससे वसूला जाता है जैसे उससे किसी अधिकार से हम टैक्स ले रहे हैं और सुविधा उसको। आज रियल एस्टेट के प्राइसेस आपकी अर्निंग्स, मिडिल क्लास की अर्निंग्स के मुकाबले इतने ज्यादा हैं कि रिटायरमेंट 2-3 जन्म काम करने के बाद, रिटायरमेंट लेने के बाद भी शायद वो 2 BHK अपार्टमेंट भी नहीं खरीद पाएगा। इसीलिए मिडिल क्लास आज सरकार को वो गाना सुनाना चाहता है कि सारी उम्र हम मर मर के जी लिए, एक पल तो अब हमें जीने दो। ਚੱਡਾ ਨੇ ਸੰਸਦ ਵਿੱਚ ਬਜ਼ੁਰਗਾਂ ਲਈ ਸਬਸਿਡੀ ਬਹਾਲ ਕਰਨ ਅਤੇ ਰੇਲਵੇ ਵਿੱਚ ਸਹੂਲਤਾਂ ਨੂੰ ਹੋਰ ਵਧਾਉਣ ਦੀ ਵੀ ਮੰਗ ਕੀਤੀ। ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਗ ਨੇ ਕੇਜਰੀਵਾਲ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਉਹ ਆਪਣੇ ਇੱਕ ਅਜਿਹੇ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਦੀ ਭਾਲ ਦਿੱਲੀ ਪੁਲਿਸ ਨੂੰ ਬੀਤੇ ਕੁਝ ਦਿਨਾਂ ਤੋਂ ਹੈ। ਇਹ ਵਿਧਾਇਕ ਕੇਜਰੀਵਾਲ ਦਾ ਬੇहद ਖਾਸ ਦੱਸਿਆ ਜਾ ਰਿਹਾ ਹੈ। ਚੁੱਗ ਨੇ ਕਿਹਾ ਕਿ ਦਿੱਲੀ ਦੀ ਤਰ੍ਹਾਂ ਪੰਜਾਬ ਦੀ ਆਪ ਸਰਕਾਰ ਤੋਂ ਲੋਕੀ ਤੰਗ ਆ ਚੁੱਕੇ ਨੇ। ਦਿੱਲੀ ਦੇ ਆਮ ਆਦਮੀ ਪਾਰਟੀ ਵਿਧਾਇਕ ਅਮਾਨਤੁੱਲਾ ਖਾਨ ਦੇ ਦਰਦ ਮਾਮਲੇ ਤੋਂ ਬਾਅਦ ਪੁਲਿਸ ਹਾਲੇ ਵੀ ਉਸ ਨੂੰ ਕਾਬੂ ਨਹੀਂ ਕਰ ਸਕੀ ਹੈ। ਚੋਣ ਨਤੀਜਿਆਂ ਵਾਲੇ ਦਿਨ ਤੋਂ ਹੀ ਉਹ ਫਰਾਰ ਦੱਸਿਆ ਜਾ ਰਿਹਾ ਹੈ। ਇਸੇ ਭਾਜਪਾ ਆਗੂ ਤਰੁਣ ਚੁੱਗ ਨੇ ਕੇਜਰੀਵਾਲ ਨੂੰ ਘੇਰਿਆ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਲੋਕੀ ਜਾਣਨਾ ਚਾਹੁੰਦੇ ਨੇ ਕਿ ਆਪ ਦਾ ਅਪਰਾਧੀ ਵਿਧਾਇਕ ਕਿੱਥੇ ਹੈ ਤੇ ਕੌਣ ਉਸ ਨੂੰ ਬਚਾ ਰਿਹਾ ਹੈ। केजरीवाल साहब, दिल्ली और देश की जनता जानना चाहती कि अपराधी आपदा के विधायक कहां हैं, किसने उन्हें छुपाया है, किसने शरण दे रखी है। आपदा पार्टी आज बघोड़ों, कानून तोड़ने वालों, धोखाधड़ी, जालसाजी, भ्रष्टाचार करने वालों की शरण स्थली बन चुकी है। ये दुर्भाग्यपूर्ण है। ਬੀਤੇ ਰੋਜ਼ ਦਿੱਲੀ ਵਿੱਚ ਪੰਜਾਬ ਦੇ ਆਪ ਵਿਧਾਇਕਾਂ ਦੀ ਮੀਟਿੰਗ ਤੇ ਤਰੁਣ ਚੁੱਗ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੋਰਚੇ ਤੇ ਫੇਲ ਰਹੀ ਹੈ। ਆਪ ਦੇ ਆਗੂ ਅਤੇ ਵਿਧਾਇਕ ਦਿੱਲੀ ਦੀ ਹਾਰ ਤੋਂ ਬਾਅਦ ਘਬਰਾ ਗਏ ਨੇ। ਕੇਜਰੀਵਾਲ ਹੁਣ ਪੰਜਾਬ ਸੰਭਾਲਣ ਦਾ ख्वाब देख रहे ਨੇ जो कदे भी पूरा नहीं होगा। कल आपदा की पंजाब की कसरत स्पष्ट बताती है कि दाल में कुछ काला है। हर फ्रंट पर पंजाब की सरकार फेल हो चुकी है और दिल्ली की करारी हार से आपदा सरकार के नेता विधायक घबराहट में हैं, हताशा निराशा में घूम रहे हैं। हाथ से निकलता जन समर्थन और जनता का विरोध स्पष्ट दिख रहा है, स्पष्ट दिख रहा है। केजरीवाल साहब, अगर आपको पंजाब के विधायक और मंत्रिमंडल के लोगों से मिलना ही था तो पंजाब जाना चाहिए था। अभी तक केजरीवाल साहब के दिमाग से वो तानाशाही फतूर, दिल्ली के शहंशाह का फतूर उतरा नहीं है। अपने दरबार में आप पंजाब के नेताओं को, मंत्रियों को, विधायकों को गुलामों की तरह व्यवहार कर रहे हैं। ये पंजाब, पंजाबियत और पंजाबी भाईचारे का अपमान है। हमारे स्वाभिमान पर आप चोट कर रहे हैं। ਦੱਸਣਯੋਗ ਹੈ ਕਿ ਦਿੱਲੀ ਦੇ ਆਪ ਵਿਧਾਇਕ ਅਮਾਨਤੁੱਲਾ ਖਾਨ ਤੇ ਪੁਲਿਸ ਮੁਲਾਜ਼ਮਾਂ ਨਾਲ ਝਗੜਾ ਕਰਨ ਦੇ ਇਲਜ਼ਾਮ ਨੇ। ਘਟਨਾ 10 ਫਰਵਰੀ ਨੂੰ ਵਾਪਰੀ ਸੀ ਜਿਸ ਤੋਂ ਬਾਅਦ ਉਹ ਹਾਲੇ ਤੱਕ ਪੁਲਿਸ ਅੱਗੇ ਪੇਸ਼ ਨਹੀਂ ਹੋਇਆ। ਇਸ ਬੁਲਟਨ 'ਚ NI ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ। ਫਿਲਹਾਲ ਦਿਓ ਇਜਾਜ਼ਤ। ਧੰਨਵਾਦ।